ਵਿੱਚ ਸਭ ਤੋਂ ਪਹਿਲਾਂ ਸਾਡਾ ਟੌਪਿਕ ਹੈ ਪੋਜ਼ੀਟਿਵ ਟਾਈਪ। ਨੋਰਮਲੀ ਅਸੀਂ ਜਦੋਂ ਵੀ ਕੋਈ ਸੈਂਟੈਂਸ ਬਣਾਉਂਦੇ ਹਾਂ ਤਾਂ ਉਹਦੇ 'ਚ ਅਸੀਂ ਕੀਤਾ ਕਿ ਸਬਜੈਕਟ ਫਿਰ ਵਰਬ ਫਿਰ ਔਬਜੈਕਟ ਹੈ, ਪਰ ਇਹਦੇ ਵਿੱਚ ਕੁਐਸਚਨ ਜਦੋਂ ਅਸੀਂ ਬਣਾਉਣਾ ਤਾਂ ਉਹਦੇ 'ਚ ਸਿਰਫ ਹਲਕਾ ਜਿਹਾ ਚੇਂਜ ਆ ਜਾਏਗਾ। ਸਟਾਰਟਿੰਗ ਦੇ ਵਿੱਚ ਡੂ ਜਾਂ ਫਿਰ ਡਜ਼ ਲੱਗ ਜਾਏਗਾ, ਫਿਰ ਸਬਜੈਕਟ ਫਿਰ ਵਰਬ ਫਿਰ ਔਬਜੈਕਟ। ਡਜ਼ ਜਾਂ ਡੂ ਲੱਗੇਗਾ ਸਬਜੈਕਟ ਦੇ ਹਿਸਾਬ ਨਾਲ। ਅਗਰ ਸਬਜੈਕਟ ਸਿੰਗੂਲਰ ਹੈ ਤਾਂ ਡਜ਼ ਲੱਗੇਗਾ, ਅਗਰ ਪਲੂਰਲ ਹੈ ਤਾਂ ਡੂ ਲੱਗੇਗਾ। ਇਹਦੇ ਵਿੱਚ ਆਈ ਤੇ ਯੂ ਐਕਸੈਪਸ਼ਨ ਆ, ਤੇ ਮਤਲਬ ਆਈ ਯੂ ਦੇ ਨਾਲ ਵੀ ਡੂ ਲੱਗੇਗਾ, ਪਲੂਰਲ ਦੇ ਨਾਲ ਵੀ ਡੂ ਲੱਗੇਗਾ, ਪਰ ਬਾਕੀ ਸਾਰੇ ਜਿੰਨੇ ਵੀ ਸਿੰਗੂਲਰ ਹੈਗੇ ਉਹਨਾਂ ਨਾਲ ਡਜ਼ ਲੱਗੇਗਾ। ਐਗਜ਼ਾਮਪਲ ਡੂ ਦੇ ਲਾਈਕ ਪੀਜ਼ਾ ਜਾਂ ਫਿਰ ਡਜ਼ ਸ਼ੀ ਲਾਈਕ ਪੀਜ਼ਾ। ਡੂ ਦੇ ਲਾਈਕ ਪੀਜ਼ਾ ਦੇ ਵਿੱਚ ਦੇ ਸਾਡਾ ਪਲੂਰਲ ਸਬਜੈਕਟ ਹੈ, ਫਿਰ ਉਸ ਤੋਂ ਬਾਅਦ ਵਰਬ ਆਇਆ ਲਾਈਕ, ਫਿਰ ਔਬਜੈਕਟ ਆਇਆ ਪੀਜ਼ਾ, ਤਾਂ ਇਹਦੇ ਵਿੱਚ ਜਿਹੜਾ ਡੂ ਹੈ ਉਹ ਯੂਜ਼ ਕੀਤਾ ਹੈ। ਨੈਕਸਟ ਡਜ਼ ਸ਼ੀ ਲਾਈਕ ਪੀਜ਼ਾ, ਤਾਂ ਡਜ਼ ਸ਼ੀ ਕਿਉਂਕਿ ਇੱਕ ਇਨਸਾਨ ਦੀ ਗੱਲ ਹੋ ਰਹੀ ਹੈ ਤਾਂ ਡਜ਼ ਲੱਗਿਆ, ਉਹਦੇ ਨਾਲ ਸ਼ੀ, ਉਸ ਤੋਂ ਬਾਅਦ ਸਬਜੈਕਟ ਤੋਂ ਬਾਅਦ ਹੈ ਵਰਬ ਲਾਈਕ ਔਰ ਉਸ ਤੋਂ ਬਾਅਦ ਔਬਜੈਕਟ ਪੀਜ਼ਾ। ਇਹਦੇ ਵਿੱਚ ਫਸਟ ਸੈਂਟੈਂਸ ਹੈ ਕੀ ਤੁਸੀਂ ਪਿਆਨੋ ਵਜਾਉਂਦੇ ਹੋ, ਕੀ ਤੁਸੀਂ ਪਿਆਨੋ ਵਜਾਉਂਦੇ ਹੋ, ਤਾਂ ਇਹਦੇ ਵਿੱਚ ਸਾਡਾ ਕੁਐਸਚਨ ਕੀ ਤੋਂ ਸਟਾਰਟ ਹੋਇਆ। ਜਿੰਨੇ ਵੀ ਇੱਦਾਂ ਦੇ ਸੈਂਟੈਂਸ ਹੁੰਦੇ ਜੋ ਕਿ ਕੁਐਸਚਨ 'ਚ ਅਸੀਂ ਕੀ ਤੋਂ ਸਟਾਰਟ ਕਰਦੇ ਹਾਂ ਉਹ ਡੂ ਜਾਂ ਡਜ਼ ਵਾਲੇ ਫਾਰਮੈਟ 'ਚ ਹੀ ਆਉਂਦੇ ਆ। ਤਾਂ ਇਹਦੇ ਵਿੱਚ ਤੁਸੀਂ ਯੂ ਹੈ, ਕਿਉਂਕਿ ਯੂ ਐਕਸੈਪਸ਼ਨ ਹੈ ਅਤੇ ਉਹਦੇ ਨਾਲ ਵੀ ਡੂ ਲੱਗਦਾ ਹੈ, ਤਾਂ ਇਸ ਲਈ ਅਸੀਂ ਡੂ ਤੋਂ ਸਟਾਰਟ ਕਰਾਂਗੇ। ਡੂ, ਫਿਰ ਸਬਜੈਕਟ ਆ ਜਾਏਗਾ ਸਾਡਾ ਯੂ, ਔਰ ਉਸ ਤੋਂ ਬਾਅਦ ਵਰਬ ਆ ਜਾਏਗਾ ਬਜਾਨਾ। ਇੱਥੇ ਤਾਂ ਬਜਾਨਾ ਹੋ ਗਿਆ ਪਲੇ, ਔਰ ਕੀ ਵਜਾਉਂਦੇ ਆ ਉਹ ਹੈਗਾ ਔਬਜੈਕਟ, ਤਾਂ ਪਿਆਨੋ। ਡੂ ਯੂ ਪਲੇ ਪਿਆਨੋ। ਨੈਕਸਟ ਕੁਐਸਚਨ, ਕੀ ਜੈਕ ਫੁੱਟਬਾਲ ਖੇਡਦਾ ਹੈ, ਕੀ ਜੈਕ ਫੁੱਟਬਾਲ ਖੇਡਦਾ ਹੈ। ਇਹਦੇ ਵਿੱਚ ਅਗੇਨ ਕੀ ਤੋਂ ਸਟਾਰਟ ਹੋਇਆ ਤਾਂ ਅਸੀਂ ਡੂ ਜਾਂ ਫਿਰ ਡਜ਼ ਲਗਾਵਾਂਗੇ, ਕਿਉਂਕਿ ਜੈਕ ਇੱਕ ਇਨਸਾਨ ਹੈ ਤਾਂ ਇਸ ਲਈ ਡਜ਼ ਲੱਗੇਗਾ। ਡਜ਼, ਉਸ ਤੋਂ ਬਾਅਦ ਸਬਜੈਕਟ ਆ ਗਿਆ ਜੈਕ। ਇਹਦੇ ਵਿੱਚ ਜਿਹੜਾ ਵਰਬ ਹੈ ਉਹ ਹੈ ਖੇਡਣਾ, ਤਾਂ ਖੇਡਣਾ ਦਾ ਆ ਗਿਆ ਪਲੇ। ਡਜ਼ ਜੈਕ ਪਲੇ ਫੁੱਟਬਾਲ। ਥਰਡ ਕੁਐਸਚਨ, ਕੀ ਰੀਟਾ ਅਤੇ ਐਂਜਲਾ ਮੈਨਚੈਸਟਰ ਵਿੱਚ ਰਹਿੰਦੀਆਂ ਹਨ, ਕੀ ਰੀਟਾ ਅਤੇ ਐਂਜਲਾ ਮੈਨਚੈਸਟਰ ਵਿੱਚ ਰਹਿੰਦੀਆਂ ਹਨ। ਇੱਥੇ ਰੀਟਾ ਅਤੇ ਐਂਜਲਾ ਜੋ ਹੈਗੇ ਉਹ ਦੋ ਲੋਕ ਆ, ਇਸ ਲਈ ਇੱਕ ਤੋਂ ਜ਼ਿਆਦਾ, ਇਸ ਲਈ ਆਪਾਂ ਡੂ ਲਗਾਵਾਂਗੇ। ਡੂ ਰੀਟਾ ਐਂਡ ਐਂਜਲਾ, ਇਹ ਹੋ ਗਿਆ ਡੂ, ਫਿਰ ਸਬਜੈਕਟ ਹੋ ਗਿਆ। ਹੁਣ ਸਾਨੂੰ ਚਾਹੀਦਾ ਵਰਬ। ਇਹਦੇ ਵਿੱਚ ਵਰਬ ਪੰਜਾਬੀ ਵਾਲੇ ਸੈਂਟੈਂਸ 'ਚ ਬਣੇਗਾ ਰਹਿਣਾ, ਤਾਂ ਰਹਿਣਾ ਵਰਬ ਆ ਗਿਆ ਸਾਡਾ ਲਿਵ। ਡੂ ਰੀਟਾ ਐਂਡ ਐਂਜਲਾ ਲਿਵ, ਐਂਡ ਲਾਸਟ ਵਿੱਚ ਆਏਗਾ ਔਬਜੈਕਟ, ਤੇ ਔਬਜੈਕਟ ਆ ਰਿਹਾ ਮੈਨਚੈਸਟਰ ਵਿੱਚ। ਵਿੱਚ ਦੀ ਟਰਾਂਸਲੇਸ਼ਨ ਬਣੇਗੀ ਇਨ, ਵਿੱਚ ਇੱਕ ਪ੍ਰੈਪੋਜੀਸ਼ਨ ਹੈ ਉਹਨੂੰ ਅਸੀਂ ਇਨ ਬੋਲਾਂਗੇ, ਇਨ ਮੈਨਚੈਸਟਰ। ਡੂ ਰੀਟਾ ਐਂਡ ਐਂਜਲਾ ਲਿਵ ਇਨ ਮੈਨਚੈਸਟਰ। ਨੈਕਸਟ ਹੈ ਕੀ ਤੁਹਾਡੇ ਕੋਲ ਬਹੁਤ ਟਾਈਮ ਹੈ, ਕੀ ਤੁਹਾਡੇ ਕੋਲ ਬਹੁਤ ਟਾਈਮ ਹੈ। ਅਗੇਨ ਇੱਥੇ ਯੂ ਯੂਜ਼ ਹੋ ਰਿਹਾ ਜੋ ਕਿ ਇੱਕ ਐਕਸੈਪਸ਼ਨ ਦਾ ਕੇਸ ਹੈ, ਤਾਂ ਇਸ ਲਈ ਇਸ ਕੇਸ ਦੇ ਵਿੱਚ ਯੂ ਦੇ ਨਾਲ ਅਸੀਂ ਡੂ ਲਗਾਵਾਂਗੇ। ਡੂ ਯੂ। ਇਹਦੇ ਵਿੱਚ ਜਿਹੜਾ ਸਾਡਾ ਵਰਬ ਹੈ ਜੋ ਕਿ ਸਬਜੈਕਟ ਤੋਂ ਬਾਅਦ 'ਚ ਆਉਣਾ ਹੈ, ਵਰਬ ਜੋ ਹੈ ਕੀ ਤੁਹਾਡੇ ਕੋਲ ਬਹੁਤ ਟਾਈਮ ਹੈ। ਇਹਦੇ ਵਿੱਚ ਜਦੋਂ ਵੀ ਅਸੀਂ ਕੋਈ ਵੀ ਸੈਂਟੈਂਸ ਇੱਦਾਂ ਬੋਲਦੇ ਜਿਹਦੇ 'ਚ ਸਾਡੇ ਕੋਲ ਅਸੀਂ ਇਹ ਕਹਿਣਾ ਹੁੰਦਾ ਹੈ ਕਿ ਮੇਰੇ ਕੋਲ ਇਹ ਚੀਜ਼ ਹੈ ਜਾਂ ਮੇਰੇ ਕੋਲ ਬਹੁਤ ਟਾਈਮ ਹੈ, ਤਾਂ ਉਹਦੇ ਵਿੱਚ ਜੋ ਸਾਡਾ ਵਰਬ ਹੁੰਦਾ ਕੋਲ ਬਣਦਾ ਹੈ, ਤਾਂ ਕੋਲ ਇਹਦੇ ਵਿੱਚ ਇੰਗਲਿਸ਼ 'ਚ ਬਣੇਗਾ ਹੈਵ। ਡੂ ਯੂ ਹੈਵ ਬਹੁਤ ਟਾਈਮ, ਪਲੈਂਟੀ ਆਫ ਟਾਈਮ। ਡੂ ਯੂ ਹੈਵ ਪਲੈਂਟੀ ਆਫ ਟਾਈਮ, ਤਾਂ ਇਹਦੇ ਵਿੱਚ ਸਾਡਾ ਜੋ ਵਰਬ ਹੈ ਉਹ ਹੈਵ ਬਣੇਗਾ। ਆਈ ਹੈਵ ਅ ਬੋਟਲ, ਤਾਂ ਉਹਦੇ ਵਿੱਚ ਵੀ ਜੋ ਹੈਵ ਹੈ ਉਹ ਸਾਡਾ ਵਰਬ ਹੈ। ਉਸੇ ਤਰੀਕੇ ਨਾਲ ਇਹਦੇ 'ਚ ਕੋਲ ਜੋ ਹੈ ਉਹ ਹੈਵ ਬਣੇਗਾ ਅਤੇ ਉਹ ਵਰਬ ਬਣੇਗਾ। ਨੈਕਸਟ ਸੈਂਟੈਂਸ, ਕੀ ਤੁਸੀਂ ਕਿਤਾਬ ਪੜ੍ਹਦੇ ਹੋ, ਕੀ ਤੁਸੀਂ ਕਿਤਾਬ ਪੜ੍ਹਦੇ ਹੋ। ਇਹਦਾ ਸੈਂਟੈਂਸ ਦਾ ਆਨਸਰ ਬਣੇਗਾ ਕੀ ਹੈ, ਇਸ ਲਈ ਡੂ ਜਾਂ ਡਜ਼ ਤੋਂ ਹੀ ਸਟਾਰਟ ਹੋਏਗਾ, ਅਤੇ ਕੀ ਤੁਸੀਂ, ਯੂ ਹੈ ਇਸ ਲਈ ਡੂ ਤੋਂ ਸਟਾਰਟ ਕਰਾਂਗੇ। ਡੂ ਯੂ। ਇਹਦੇ ਵਿੱਚ ਸਬਜੈਕਟ ਤੋਂ ਬਾਅਦ 'ਚ ਆਏਗਾ ਸਾਡਾ ਵਰਬ, ਤਾਂ ਵਰਬ ਇਹਦੇ ਵਿੱਚ ਹੈ ਪੜ੍ਹਨਾ, ਤਾਂ ਵਰਬ ਦੀ ਜਗ੍ਹਾ ਅਸੀਂ ਕਹਿ ਸਕਦੇ ਹਾਂ ਰੀਡ, ਪੜ੍ਹਨਾ ਨੂੰ ਕਹਿ ਸਕਦੇ ਹਾਂ ਰੀਡ। ਡੂ ਯੂ ਰੀਡ ਬੁੱਕਸ, ਡੂ ਯੂ ਰੀਡ ਬੁੱਕਸ। ਇਹਦੇ ਵਿੱਚ ਕਿਤਾਬਾਂ ਆ ਜਾਏਗਾ ਪੰਜਾਬੀ ਸੈਂਟੈਂਸ ਦੇ ਵਿੱਚ, ਕਿ ਤੁਸੀਂ ਕਿਤਾਬਾਂ ਪੜ੍ਹਦੇ ਹੋ। ਡੂ ਯੂ ਰੀਡ ਬੁੱਕਸ। ਡੂ ਯੂ ਰੀਡ ਬੁੱਕਸ। ਹੁਣ ਇਹ ਸਾਡਾ ਜਿਹੜਾ ਟਾਈਪ ਸੀ ਇਹ ਸੀਗਾ ਕਿ ਜਦੋਂ ਅਸੀਂ ਕੀ ਤੋਂ ਸਟਾਰਟ ਕਰਦੇ ਹਾਂ ਕੋਈ ਚੀਜ਼, ਕੋਈ ਵੀ ਸੈਂਟੈਂਸ ਜੋ ਅਸੀਂ ਕੀ ਤੁਸੀਂ ਕੀ ਉਹ ਇੱਦਾਂ ਸਟਾਰਟ ਕੀਤਾ ਜਾਂਦਾ ਹੈ। ਪੋਜ਼ੀਟਿਵ ਸੈਂਟੈਂਸਿਸ 'ਚ ਇੱਕ ਇਹੀ ਸੇਮ ਸਾਰੇ ਫਾਰਮੈਟ 'ਚ ਇੱਕ ਹੋਰ ਚੀਜ਼ ਹੁੰਦੀ, ਜਦੋਂ ਅਸੀਂ ਕੋਈ ਵੀ ਸੈਂਟੈਂਸ 'ਚ ਕਹਿਣਾ ਹੋਏ ਕਿ ਉਹ ਕਿੱਥੇ ਜਾ ਰਿਹਾ ਹੈ ਜਾਂ ਉਹ ਕਿੱਥੇ ਜਾਂਦਾ ਹੈ,
ਉਹ ਕੀ ਕੰਮ ਕਰਦੀ ਹੈ, ਉਹ ਕਿਉਂ ਇਹ ਕੰਮ ਕਰਦੀ ਹੈ। ਸੋ ਇਹ ਸਾਰਿਆਂ ਦੇ ਵਿੱਚ ਅਸੀਂ ਕੁਐਸਚਨ ਪੁੱਛ ਰਹੇ ਹਾਂ, ਪਰ ਕੀ ਤੋਂ ਸਟਾਰਟ ਨਹੀਂ ਹੋ ਰਿਹਾ। ਤਾਂ ਇਹਨਾਂ ਸਾਰਿਆਂ ਦਾ ਰੂਲ ਬਣਦਾ ਆ when, where, what, how। ਇਹਨਾਂ ਸਭ ਤੋਂ ਮਤਲਬ ਅਸੀਂ ਸਟਾਰਟ ਕਰਦੇ ਹਾਂ। ਤਾਂ ਅਗਰ when ਤੋਂ ਸਟਾਰਟ ਹੋ ਰਿਹਾ ਤਾਂ ਅਸੀਂ when ਲਗਾਵਾਂਗੇ, ਬਾਕੀ ਸਾਰਾ ਰੂਲ ਸੇਮ ਰਹੇਗਾ, ਜਿੱਦਾਂ when, do ਜਾਂ ਫਿਰ does, ਫਿਰ subject, ਫਿਰ verb, ਫਿਰ object। ਤਾਂ when ਜਿੱਦਾਂ ਹੈ what ਵੀ ਆ ਸਕਦਾ ਹੈ, where ਵੀ ਆ ਸਕਦਾ ਹੈ, ਕੋਈ ਵੀ ਚੀਜ਼ ਇੱਥੇ ਆ ਸਕਦੀ ਆ, ਪਰ ਅਗਰ ਸੈਂਟੈਂਸ ਦਾ ਟਾਈਪ ਉਹ ਹੈ। ਸੋ ਇਹਦੇ ਵਿੱਚ ਫਸਟ ਟਾਈਪ ਬਣੇਗਾ ਤੁਸੀਂ ਕਿੱਥੇ ਰਹਿੰਦੇ ਹੋ, ਤੁਸੀਂ ਕਿੱਥੇ ਰਹਿੰਦੇ ਹੋ। ਹੁਣ ਇਹ ਵੀ ਸਵਾਲ ਪੋਜ਼ਿਟਿਵ ਹੈ, ਪਿਛਲਾ ਵੀ ਸਵਾਲ ਪੋਜ਼ਿਟਿਵ ਸੀ, ਬਟ ਉਹਦੇ ਵਿੱਚ ਅਸੀਂ ਕੀ ਤੋਂ ਸਟਾਰਟ ਕਰ ਰਹੇ ਸੀ, ਪਰ ਇਹਦੇ ਵਿੱਚ ਅਸੀਂ ਕਿੱਥੇ ਕਹਿ ਰਹੇ ਹਾਂ, ਉਹ ਵੀ ਸਵਾਲ ਦੇ ਵਿੱਚ ਆ ਰਹੀ ਹੈ ਚੀਜ਼ ਕਿ ਤੁਸੀਂ ਕਿੱਥੇ ਰਹਿੰਦੇ ਹੋ। ਤਾਂ ਇੱਥੇ ਕਿੱਥੇ ਸਟਾਰਟਿੰਗ 'ਚ ਆ ਜਾਏਗਾ ਵੇਅਰ, ਉਸ ਤੋਂ ਬਾਅਦ ਡੂ ਜਾਂ ਡਜ਼ ਆਏਗਾ, ਕਿਉਂਕਿ ਤੁਸੀਂ ਦੀ ਗੱਲ ਹੋ ਰਹੀ, ਯੂ ਦੀ ਗੱਲ ਹੋ ਰਹੀ ਹੈ ਤਾਂ ਅਸੀਂ ਡੂ ਪਕੜਾਂਗੇ, ਵੇਅਰ ਡੂ। ਉਸ ਤੋਂ ਬਾਅਦ ਸਬਜੈਕਟ ਆ ਜਾਏਗਾ ਯੂ, ਐਂਡ ਲਾਸਟ ਵਿੱਚ ਵਰਬ ਜੋ ਕਿ ਆ ਜਾਏਗਾ ਲਿਵ, ਵੇਅਰ ਡੂ ਯੂ ਲਿਵ। ਨੈਕਸਟ ਹੈ ਉਹ ਕਿੱਥੋਂ ਆਉਂਦਾ ਹੈ, ਉਹ ਕਿੱਥੋਂ ਆਉਂਦਾ ਹੈ। ਅਗੇਨ ਵੇਅਰ ਤੋਂ ਸਟਾਰਟ ਕਰਾਂਗੇ, ਕਿਉਂਕਿ ਇੱਕ ਇਨਸਾਨ ਦੀ ਗੱਲ ਹੋ ਰਹੀ ਹੈ ਤਾਂ ਡਜ਼ ਲੱਗੇਗਾ, ਵੇਅਰ ਫਿਰ ਡਜ਼। ਉਸ ਤੋਂ ਬਾਅਦ ਸਬਜੈਕਟ ਸਾਡਾ ਆ ਜਾਏਗਾ ਹੀ, ਵੇਅਰ ਡਜ਼ ਹੀ ਆਣਾ, ਆਣਾ ਹੋ ਗਿਆ ਕੰਮ, ਵੇਅਰ ਡਜ਼ ਹੀ ਕਮ। ਔਰ ਇੱਥੇ ਸਾਡਾ ਵਰਬ ਹੈ, ਪਹਿਲਾਂ ਵੇਅਰ ਆ ਗਿਆ, ਫਿਰ ਡਜ਼ ਆ ਗਿਆ, ਫਿਰ ਸਬਜੈਕਟ, ਫਿਰ ਵਰਬ ਜੋ ਕਿ ਕਮ ਹੈ, ਵੇਅਰ ਡਜ਼ ਹੀ ਕਮ। ਫਰੋਮ ਆਏਗਾ ਲਾਸਟ 'ਚ, ਕਿਉਂਕਿ ਅਸੀਂ ਕਿੱਥੇ ਦੇ ਨਾਲ ਉਹਨੂੰ ਚੇਂਜ ਕਰਤਾ ਸੀ ਪੰਜਾਬੀ 'ਚ ਕਿੱਥੋਂ, ਕਿ ਉਹ ਕਿੱਥੋਂ ਆਉਂਦਾ, ਕਿਸ ਜਗ੍ਹਾ ਤੋਂ ਆਉਂਦਾ। ਤਾਂ ਵੇਅਰ ਦੇ ਨਾਲ ਜਦੋਂ ਵੀ ਅਸੀਂ ਕਿਸੇ ਚੀਜ਼ ਨਾਲ ਤੋਂ ਲਗਾਉਂਦੇ, ਪੰਜਾਬੀ 'ਚ ਜਿਹੜਾ ਤੋਂ ਹੁੰਦਾ ਉਹ ਇੰਗਲਿਸ਼ 'ਚ ਫਰੋਮ ਬਣ ਜਾਂਦਾ, ਤਾਂ ਇਸ ਲਈ ਅਸੀਂ ਇਹਨੂੰ ਬੋਲਾਂਗੇ ਵੇਅਰ ਡਜ਼ ਹੀ ਕਮ ਫਰੋਮ। ਨੈਕਸਟ ਹੈ ਉਹ ਕਿੱਥੇ ਕੰਮ ਕਰਦੇ ਹਨ, ਉਹ ਕਿੱਥੇ ਕੰਮ ਕਰਦੇ ਹਨ। ਤਾਂ ਅਗੇਨ ਇੱਥੇ ਕਿੱਥੇ ਆਇਆ ਤਾਂ ਵੇਅਰ ਤੋਂ ਸਟਾਰਟ ਹੋਏਗਾ, ਜ਼ਿਆਦਾ ਲੋਕਾਂ ਦੀ ਗੱਲ ਹੋ ਰਹੀ ਹੈ ਤਾਂ ਡੂ ਲੱਗੇਗਾ, ਵੇਅਰ ਡੂ ਦੇ। ਲਾਸਟ ਵਿੱਚ ਆ ਜਾਏਗਾ ਕੰਮ ਕਰਨਾ ਵਰਬ ਜੋ ਕਿ ਹੈ ਵਰਕ, ਵੇਅਰ ਡੂ ਦੇ ਵਰਕ। ਨੈਕਸਟ ਹੈ ਉਹ ਇੱਥੇ ਕਿੱਦਾਂ ਆਉਂਦੇ ਨੇ, ਉਹ ਇੱਥੇ ਕਿੱਦਾਂ ਆਉਂਦੇ ਨੇ। ਇਹਦੇ ਵਿੱਚ ਵੀ ਸਾਡਾ ਜੋ ਹੈ ਪਲੂਰਲ ਦੀ ਗੱਲ ਹੋ ਰਹੀ, ਜ਼ਿਆਦਾ ਲੋਕਾਂ ਦੀ ਗੱਲ ਹੋ ਰਹੀ ਤਾਂ ਡੂ ਲੱਗੇਗਾ, ਪਰ ਕਿਉਂਕਿ ਸੈਂਟੈਂਸ 'ਚ ਕਿੱਦਾਂ ਹੈ ਤਾਂ ਅਸੀਂ ਹਾਊ ਤੋਂ ਸਟਾਰਟ ਕਰਾਂਗੇ, ਹਾਊ, ਉਸ ਤੋਂ ਬਾਅਦ ਡੂ, ਫਿਰ ਦੇ, ਹਾਊ ਡੂ ਦੇ ਕਮ ਹੇਅਰ, ਹਾਊ ਡੂ ਦੇ, ਉਸ ਤੋਂ ਬਾਅਦ ਵਰਬ ਹੈ ਕਮ, ਔਰ ਇੱਥੇ ਨੂੰ ਅਸੀਂ ਇੰਗਲਿਸ਼ 'ਚ ਬੋਲਾਂਗੇ ਹੇਅਰ, ਹਾਊ ਡੂ ਦੇ ਕਮ ਹੇਅਰ। ਨੈਕਸਟ ਹੈ ਉਹ ਕੀ ਕੰਮ ਕਰਦਾ ਹੈ, ਉਹ ਕੀ ਕੰਮ ਕਰਦਾ ਹੈ। ਅਗੇਨ ਕੀ ਕੰਮ ਕਰਦਾ ਹੈ, ਤਾਂ ਇਹਦੇ ਵਿੱਚ ਅਸੀਂ ਕੀ ਤੋਂ ਸਟਾਰਟ ਨਹੀਂ ਕੀਤਾ, ਇਸ ਸੈਂਟੈਂਸ ਦੇ ਵਿੱਚ ਕੀ ਆ ਰਿਹਾ ਤਾਂ ਇਹਨੂੰ ਅਸੀਂ ਬੋਲਾਂਗੇ ਵਟ। ਇਹਦੇ ਵਿੱਚ ਅਸੀਂ ਵਟ ਤੋਂ ਸਟਾਰਟ ਕਰਾਂਗੇ, ਵਟ, ਔਰ ਇੱਕ ਇਨਸਾਨ ਦੀ ਗੱਲ ਹੋ ਰਹੀ ਹੈ ਤਾਂ ਡਜ਼ ਲੱਗੇਗਾ, ਪਰ ਕਿਉਂਕਿ ਕੀ ਕੰਮ ਇਕੱਠਾ ਹੈ ਇਹਦੇ 'ਚ ਤਾਂ ਅਸੀਂ ਬੋਲਾਂਗੇ ਵਟ ਵਰਕ, ਉਸ ਤੋਂ ਬਾਅਦ ਡਜ਼ ਲੱਗੇਗਾ, ਫਿਰ ਸਬਜੈਕਟ ਹੀ, ਔਰ ਕਰਨਾ ਦੀ ਇੰਗਲਿਸ਼ ਹੁੰਦੀ ਡੂ, ਵਟ ਵਰਕ ਡਜ਼ ਹੀ ਡੂ। ਕਿਉਂਕਿ ਇਹਦੇ 'ਚ ਕੀ ਕੰਮ ਇਕੱਠਾ ਹੈ ਤਾਂ ਇਸ ਲਈ ਅਸੀਂ ਵਟ ਦੇ ਨਾਲ ਵਰਕ ਲਗਾਤਾ, ਵਟ ਵਰਕ ਡਜ਼ ਹੀ ਡੂ। ਨੈਕਸਟ ਸਵਾਲ ਹੈ ਅਸੀਂ ਕਦੋਂ ਫੁੱਟਬਾਲ ਖੇਡਦੇ ਹਾਂ, ਅਸੀਂ ਕਦੋਂ ਫੁੱਟਬਾਲ ਖੇਡਦੇ ਹਾਂ। ਕਿਉਂਕਿ ਹੁਣ ਇਹਦੇ ਵਿੱਚ ਕਦੋਂ ਅਸੀਂ ਕਿਹਾ ਆ ਤਾਂ ਕਦੋਂ ਦੀ ਇੰਗਲਿਸ਼ ਹੋ ਜਾਏਗੀ ਵੈਨ। ਅਗੇਨ ਇਸ ਸਵਾਲ ਦੇ ਵਿੱਚ ਮਤਲਬ ਪੂਰੇ ਸੈਂਟੈਂਸ ਦੇ ਵਿੱਚ ਸਵਾਲ ਆਇਆ ਤਾਂ ਵੈਨ ਵਾਲਾ ਫਾਰਮੈਟ ਫੋਲੋ ਹੋਏਗਾ, ਵੈਨ। ਕਿਉਂਕਿ ਜ਼ਿਆਦਾ ਲੋਕਾਂ ਦੀ ਹੋ ਗਈ ਗੱਲ ਤਾਂ ਅਸੀਂ ਡੂ ਲਗਾਵਾਂਗੇ, ਵੈਨ ਡੂ ਵੀ, ਅਸੀਂ ਦਾ ਹੋ ਗਿਆ ਵੀ। ਨੈਕਸਟ ਹੈ ਵਰਬ, ਤਾਂ ਵਰਬ ਇਹਦੇ ਵਿੱਚ ਆਏਗਾ ਖੇਡਣਾ, ਖੇਡਣਾ ਹੋ ਗਿਆ ਪਲੇ, ਵੈਨ ਡੂ ਵੀ ਪਲੇ ਫੁੱਟਬਾਲ, ਵੈਨ ਡੂ ਵੀ ਪਲੇ ਫੁੱਟਬਾਲ। ਨੈਕਸਟ ਹੈ ਉਹ ਇੰਨੀ ਲੇਟ ਫੁੱਟਬਾਲ ਕਿਉਂ ਖੇਡਦੇ ਹਨ, ਉਹ ਇੰਨੀ ਲੇਟ ਫੁੱਟਬਾਲ ਕਿਉਂ ਖੇਡਦੇ ਹਨ। ਇਹਦਾ ਆਨਸਰ ਬਣੇਗਾ, ਕਿਉਂਕਿ ਕਿਉਂ ਤੋਂ ਅਸੀਂ ਸਟਾਰਟ ਕਰ ਰਹੇ ਹਾਂ ਕੁਐਸਚਨ ਤਾਂ ਵਾਈ ਤੋਂ ਸਟਾਰਟ ਹੋਏਗਾ, ਵਾਈ। ਜ਼ਿਆਦਾ ਲੋਕਾਂ ਦੀ ਗੱਲ ਹੋ ਰਹੀ ਹੈ ਤਾਂ ਡੂ ਲੱਗੇਗਾ, ਵਾਈ ਡੂ ਦੇ। ਅੱਗੇ ਆਏਗਾ ਵਰਬ, ਵਰਬ ਹੈ ਅਗੇਨ ਖੇਡਣਾ, ਵਾਈ ਡੂ ਦੇ ਪਲੇ। ਲਾਸਟ
है फुटबॉल, वाई डू दे प्ले फुटबॉल, ਇੰਨੀ ਲੇਟ ਹੋ ਗਿਆ ਸੋ ਲੇਟ, ਇੰਨੀ ਦੀ ਇੰਗਲਿਸ਼ ਇੱਥੇ ਹੋ ਗਈ ਸੋ, ਵਾਈ ਡੂ ਦੇ ਪਲੇ ਫੁੱਟਬਾਲ ਸੋ ਲੇਟ। ਹੁਣ ਇਹ ਸਾਡਾ ਸੀਗਾ ਪੋਜ਼ਿਟਿਵ ਟਾਈਪ ਜਦੋਂ ਸਾਡੇ ਕੋਲ ਵਰਬ ਹੈ। ਪਰ ਹੁਣ ਇੱਕ ਹੋਰ ਕੇਸ ਹੁੰਦਾ ਪੋਜ਼ਿਟਿਵ ਸਵਾਲਾਂ ਦਾ ਜਿਹਦੇ ਵਿੱਚ ਅਸੀਂ ਕੀ ਵਾਲੇ ਵੀ ਬੋਲਦੇ ਕਿਉਂ ਵਾਲੇ ਵੀ ਬੋਲਦੇ ਹਾਂ, ਬਟ ਉਹਦੇ 'ਚ ਕੋਈ ਵਰਬ ਨਹੀਂ ਹੁੰਦਾ। ਤਾਂ ਜਦੋਂ ਕੋਈ ਵਰਬ ਨਹੀਂ ਹੁੰਦਾ ਉਹਦੇ ਵਿੱਚ ਰੂਲ ਥੋੜ੍ਹਾ ਜਿਹਾ ਡਿਫਰੈਂਟ ਹੋ ਜਾਂਦਾ। ਜਿੱਦਾਂ ਕਿ ਪੋਜ਼ਿਟਿਵ ਸੈਂਟੈਂਸਿਸ ਦੇ ਵਿੱਚ ਜਦੋਂ ਵਰਬ ਨਹੀਂ ਹੁੰਦਾ ਤਾਂ ਅਸੀਂ ਬੋਲਦੇ ਹਾਂ ਸਬਜੈਕਟ ਇਜ਼ ਐਮ ਆਰ ਆਬਜੈਕਟ, ਮਤਲਬ ਵਰਬ ਦੀ ਜਗ੍ਹਾ ਇਜ਼ ਐਮ ਆਰ ਲੱਗ ਜਾਂਦਾ ਹੈ। ਨੈਗੇਟਿਵ ਦੇ ਵਿੱਚ ਅਸੀਂ ਬੋਲਦੇ ਹਾਂ ਸਬਜੈਕਟ ਇਜ਼ ਐਮ ਆਰ ਨੋਟ ਤੇ ਆਬਜੈਕਟ। ਤਾਂ ਉਸੀ ਕੇਸ ਦੇ ਵਿੱਚ ਅਗਰ ਅਸੀਂ ਸਵਾਲ ਵੀ ਬਣਾਉਂਦੇ ਹਾਂ ਤਾਂ ਸਵਾਲ ਦੇ ਵਿੱਚ ਵੀ ਡੂ ਡਜ਼ ਨਹੀਂ ਲੱਗੇਗਾ, ਵਰਬ ਨਹੀਂ ਲੱਗੇਗਾ, ਉਹਦੀ ਜਗ੍ਹਾ ਸਾਡਾ ਰੂਲ ਬਣੇਗਾ ਇਜ਼ ਜਾਂ ਫਿਰ ਐਮ ਜਾਂ ਫਿਰ ਆਰ, ਇਜ਼ ਐਮ ਆਰ, ਉਸ ਤੋਂ ਬਾਅਦ ਸਿੰਪਲ ਸਬਜੈਕਟ ऑब्जेक्ट। मतलब कि जो साडा सब्जेक्ट इज एम आर ऑब्जेक्ट सी वो रूल चेंज हो गया कि जिहड़ा इज एम आर विच आंदा सी वो साडे फ्रंट विच आ गया, इज एम आर सब्जेक्ट ते फिर ऑब्जेक्ट। जिद्दां इहदा सवाल बनेगा इज शी इंटैलीजेंट, तो ये वाले जिहड़े सवाल है ये की बन गए कि वो इंटैलीजेंट है, एम आई इंटैलीजेंट, की मैं इंटैलीजेंट हाँ, एम आई इंटैलीजेंट, आर दे इंटैलीजेंट, कि वो इंटैलीजेंट हैगे हैं, आर दे इंटैलीजेंट। सो इन्हां सारिया केसिस दे विच साडा इज एम आर सबजैक्ट ऑब्जेक्ट लगे क्योंकि असी की वाले सवाल बनाए। जो असी सवाल वट वैन वाई वाले बनावांगे, वट वैन वाई, जिद्दां कि वाई इज शी एंग्री, इहदे विच भी कोई वर्ब नहीं है पर इहदे विच साडा जो सवाल है वो गुस्सा क्यों है, वो गुस्सा क्यों है, वाई इज शी एंग्री। तो वो एक स्टेट च गुस्से की स्टेट च कोई क्रिया नहीं है कि वो कोई काम नहीं कर रही। तो इस केस दे विच असीं जदों भी इदां दे सवाल बनते हैं कि इज एम आर लगाना है तो उहदे विच साडा रूल बनेगा वाई, वट वैन वाई कुछ भी उच्चों पिक करांगे, उस तो बाद इज एम आर चो एक चीज़, दैन सब्जेक्ट एंड दैन ऑब्जेक्ट। एग्जाम्पल वाई इज शी एंग्री। ਇਹਦੇ ਵਿੱਚ ਫਸਟ ਸੈਂਟੈਂਸ ਹੈ ਕੀ ਤੁਸੀਂ ਠੀਕ ਹੋ, ਕੀ ਤੁਸੀਂ ਠੀਕ ਹੋ। ਇਹ ਸਵਾਲ ਸਾਡਾ ਕੀ ਵਾਲਾ ਹੈ ਤਾਂ ਅਸੀਂ ਪਹਿਲਾ ਰੂਲ ਫੋਲੋ ਕਰਾਂਗੇ ਇਜ਼ ਐਮ ਆਰ ਸਬਜੈਕਟ ਤੇ ਆਬਜੈਕਟ। ਕੀ ਤੁਸੀਂ ਦਾ ਇੱਥੇ ਬਣੇਗਾ ਕਿਉਂਕਿ ਯੂ ਦੀ ਗੱਲ ਹੋ ਰਹੀ ਆ ਤਾਂ ਇੱਥੇ ਯੂ ਦੇ ਨਾਲ ਆਪਣਾ ਆਰ ਲੱਗਦਾ ਹੈ, ਆਰ ਯੂ। ਪਹਿਲਾਂ इज एम आर चो असी आर पिक किया क्योंकि यू की गल कर रहे हैं, सबजैक्ट यू है। तो ठीक हो, ठीक होना असी इंग्लिश कह देंगे वैल, आर यू वैल, आर यू वैल। नैक्सट है कि मैं लेट हाँ, कि मैं लेट हाँ। तो ये अपनी गल हो रही है तो आई दे नाल एम लगता इसलिए एम पिक करांगे, एम आई लेट, एम आई लेट। कि वह बीमार है, कि वह बीमार है। ਇਹਦੇ ਵਿੱਚ भी की तो स्टार्ट हो रहा तो पहला रूल ही यूज होएगा क्योंकि ओहो दी गल हो रही है, ही शी दी गल हो रही है तो इज लगेगा, इज शी सब्जेक्ट और लास्ट दे विच ऑब्जेक्ट, इज शी सिक, इज शी सिक। नैक्सट है मान लो कि ਇਹਦੇ ਵਿੱਚ ਹੀ ਹੁਣ ਅਸੀਂ ਜਿਹੜੇ ਸਵਾਲ ਹੈਗੇ ਆ ਉਹਨਾਂ ਨੂੰ ਥੋੜਾ ਜਿਹਾ ਡਿਫਰੈਂਟ ਕਰਕੇ ਪੁੱਛ ਰਹੇ ਕਿ ਅਸੀਂ ਸਵਾਲ ਕੀ ਤੋਂ ਨਹੀਂ ਸਟਾਰਟ ਕਰ ਰਹੇ, ਜਿੱਦਾਂ ਕਿ ਤੁਸੀਂ ਕਿੱਦਾਂ ਹੋ, ਤੁਸੀਂ ਕਿੱਦਾਂ ਹੋ। ਹੁਣ ਇਹਦੇ ਵਿੱਚ ਅਸੀਂ ਕੀ ਤੋਂ ਸਟਾਰਟ ਨਹੀਂ ਕੀਤਾ ਪਰ ਇਹਦੇ ਵਿੱਚ ਕੋਈ ਵਰਬ ਵੀ ਨਹੀਂ ਹੈਗਾ ਇਸ ਲਈ ਸੈਕੰਡ ਰੂਲ ਲੱਗੇਗਾ ਜਿਹਦੇ ਵਿੱਚ ਅਸੀਂ ਬੋਲਦੇ ਹਾਂ ਕਿ ਸਟਾਰਟਿੰਗ ਹੋਏਗੀ ਕਿੱਦਾਂ, ਕੀ, ਕਿਉਂ ਤੋਂ। ਤਾਂ ਇਹਦੇ ਵਿੱਚ ਕਿੱਦਾਂ ਹੈ ਤਾਂ ਹਾਊ ਤੋਂ ਸਟਾਰਟ ਕਰਾਂਗੇ, ਉਸ ਤੋਂ ਬਾਅਦ ਇਜ਼ ਐਮ ਆਰ ਚੋਂ ਪਿਕ ਕਰਾਂਗੇ क्योंकि साडा सबजैक्ट इत्थे तुसी है तो असी इनू आर पिक करांगे, हाउ आर, और तुसी नू लिख देंगे यू, हाउ आर यू। टाइम, की टाइम होया है, सॉरी नैक्सट क्वेश्चन है टाइम की होया है, टाइम की होया है।